ਇਹ ਡੇਅਰੀ ਫਾਰਮ ਤਾਂ ਬਣੇ ਨੇ ਜੀ ਹਜੇ ਤਕਰੀਬਨ 8 ਮਹੀਨੇ ਹੋ ਗਏ। ਅੱਛਾ ਉਹਦਾ ਸ਼ੌਕ ਸ਼ੁਰੂ ਤੋਂ ਹੀ ਯਾਨੀ ਕਿ ਪਿਓ ਦਾਦਿਓਂ ਹੀ ਲਾ ਲਓ। ਸਹੀ ਹੈ। ਲੇਕਿਨ ਉਹ ਅੱਗੇ ਘਰ ਸੀ ਹਾਤੇ ਦੀ ਲਿਮਟ ਤੱਕ, ਫਿਰ ਮਾਲ ਦਾ ਸ਼ੌਕ ਵਧਾ ਲਿਆ। ਇੱਥੇ ਮੁਰੱਬੇ ਆ ਗਏ ਦਵਾ। ਪਹਿਲਾਂ ਸਾਡੇ ਕੋਲ 3-4 ਗਾਈ ਸੀ ਜੀ, 7-8 ਮਹੀਂ ਸੀ। ਠੀਕ ਹੈ। ਲੇਕਿਨ ਸ਼ੌਕ ਸੀਗਾ, ਅੱਲਾਹ ਤਾਲਾ ਨੇ ਗੁੰਜਾਇਸ਼ ਦਿੱਤੀ ਤੇ ਕੰਮ ਵਧਾ ਲਿਆ। ਹੁਣ ਹੋ ਤਾਂ ਜਾਂਦੇ ਆ ਲੇਕਿਨ ਜੀ ਰੇਟ ਘੱਟ ਆ। ਰੇਟ ਘੱਟ ਆ। ਕਮ ਤੋਂ ਕਮ 100 ਰੁਪਈਆ ਤਾਂ ਹੋਵੇ ਨਾ ਜੀ। ਸਹੀ ਹੈ। ਹੁਣ 2100 ਵਾਲਾ ਵੰਡੇ ਦਾ ਥੈਲਾ ਜਿਹੜਾ 2300 ਦਾ ਹੋਇਆ ਖੜਾ। ਸਹੀ ਹੈ। ਹਾਂਜੀ, ਚੋਕਰ ਦਾ ਥੈਲਾ ਜਿਹੜਾ 910-15 ਸੀ ਉਹ 1017 ਚ ਹੋਇਆ। ਆਮ ਜੀ ਸੇਵਾ ਤੇ ਨਾ ਜੀ 14-15 ਲੀਟਰ ਦੁੱਧ ਦੇਈ ਜਾਂਦੀਆਂ, ਲੇਕਿਨ ਮੈਂ ਚੰਗੀ ਸੇਵਾ ਕਰਕੇ ਵੀ 14-15 ਨੂੰ ਕੋਈ ਟੱਚ ਕਰਦੀ ਤੇ ਰਾਜੀ। ਇਹਦੇ ਚ ਬੰਦਿਆਂ ਦੀ ਟੈਨਸ਼ਨ ਨਹੀਂ, ਤੂੜੀ ਪਾਓ, ਪੱਠਾ ਸਿੱਟੋ, ਸਹੀ ਹੈ ਨਾ ਵੀ ਸਬਜ਼ ਚਾਰਾ ਪਾਓ ਤੇ ਮਾਸ਼ਾਅੱਲਾ ਇਹਦੇ ਨਾਲ ਦੁੱਧ ਬਹੁਤ ਦਿੰਦੀ। ਤਕਰੀਬਨ ਜੀ ਗਾਂ ਵੱਛਾ ਦੇ ਦੇਵੇ, ਵੱਛੀ ਦੇ ਦੇਵੇ। ਸਹੀ ਹੈ। ਕਮ ਸੇ ਕਮ ਉਹਨਾਂ ਨੂੰ 3 ਮਹੀਨੇ ਗਾਂ ਦੇ ਥੱਲੇ ਰੱਖਣਾ, ਸੁਬਾਹ ਸ਼ਾਮ। ਹਾਂਜੀ, ਇੱਕ ਥਾਣ ਉਹਨਾਂ ਦਾ 3 ਮਹੀਨੇ ਉਹਨਾਂ ਦੇ ਨਾਂ ਕਰਨਾ। 3 ਮਹੀਨਿਆਂ ਤੋਂ ਬਾਅਦ ਫਿਰ ਉਹਨਾਂ ਨੂੰ ਵੰਡੇ ਤੇ ਲੱਗ ਜਾਣਾ। ਯਕਦਮ 10-12 ਜਾਂ 15 ਲੈ ਲੈਣੀਆਂ ਜੀ ਅਣਜਾਣ ਬੰਦੇ ਵਾਸਤੇ, ਤਾਂ ਉਹਨਾਂ ਦਾ ਮਟੀਰੀਅਲ ਪੂਰਾ ਕਰਨਾ ਹੀ ਔਖਾ। अस्सलाम वालेकुम। वालेकुम अस्सलाम जी। की हाल चाल है जी? ठीक ठाक? अलहमदुलिल्लाह जी, अल्लाह दी रहमत, शुक्र अल्लाह दा। अच्छा जी भाईजान, सब तो पहले अपना तारफ करवाओ, नाले अपने इस फार्म का भी तारफ करवा दो, किहड़ी जगह ते? हाँ जी, मेरा नाम है जी मोहम्मद अरशद, 1111 चीचा वतनी, गुज्जर डेयरी फार्म ना है जी। ठीक हो गया। हाँ जी। अच्छा भाई अरशद, ਸਾਨੂੰ ਤੁਸੀਂ ਇਹ ਦੱਸੋ ਕਿ ਕਿੰਨੇ ਅਰਸੇ ਤੋਂ ਜਿਹੜਾ ਤੁਸੀਂ ਇਹ ਡੇਅਰੀ ਫਾਰਮ ਦਾ ਕੰਮ ਕਰ ਰਹੇ ਹੋ? ਇਹ ਡੇਅਰੀ ਫਾਰਮ ਤਾਂ ਬਣੇ ਨੇ ਜੀ ਹਜੇ ਤਕਰੀਬਨ 8 ਮਹੀਨੇ ਹੋ ਗਏ। ਉਹਦਾ ਸ਼ੌਕ ਸ਼ੁਰੂ ਤੋਂ ਹੀ ਯਾਨੀ ਕਿ ਪਿਓ ਦਾਦਿਓਂ ਹੀ ਲਾ ਲਓ। ਸਹੀ ਹੈ। ਲੇਕਿਨ ਉਹ ਅੱਗੇ ਘਰ ਸੀ ਹਾਤੇ ਦੀ ਲਿਮਟ ਤੱਕ, ਫਿਰ ਮਾਲ ਦਾ ਸ਼ੌਕ ਵਧਾ ਲਿਆ। ਇੱਥੇ ਮੁਰੱਬੇ ਆ ਗਏ, ਦਵਾੜ ਚ ਬਣਾ ਲਿਆ। ਸਹੀ ਹੈ। ਅੱਛਾ ਤੁਸੀਂ ਇਹ ਦੱਸੋ ਕਿ 8-9 ਮਹੀਨੇ ਪਹਿਲੇ ਤੁਸੀਂ ਇੱਥੇ ਆਏ ਹੋ, ਫਾਰਮ ਜਿਹੜਾ ਇੱਥੇ ਬਣਾਇਆ ਵਾ, ਕਿੰਨੇ ਰਕਬੇ 'ਚ ਫਾਰਮ ਬਣ ਗਿਆ? ਇਹ ਸਾਲਮ ਦਵਾੜ ਚ ਹੈ ਜੀ। ਦਵਾੜ ਚ ਜੀ? ਹਾਂਜੀ। ਠੀਕ ਹੋ ਗਿਆ। ਇਹਨੂੰ ਜਦੋਂ ਤੁਸੀਂ ਬਣਾਇਆ ਵਾ ਤੇ ਇਹਦੇ ਬਣਾਉਣ ਤੇ ਖਰਚਾ ਕਿੰਨਾ ਕੁ ਹੋ ਗਿਆ ਅੰਦਾਜ਼ਾ? ਇਹਦੇ ਅੰਦਾਜ਼ਾ ਹੋ ਹੀ ਗਿਆ ਹੋਣਾ ਕੋਈ 35 ਦੇ ਨੇੜੇ। 35 ਜਿਹੜਾ ਲੱਖ ਹੋ ਗਿਆ ਇਹਦਾ ਬਣਾਉਣ ਦਾ ਖਰਚਾ। ਅੱਛਾ, ਇਹਦੇ ਚ ਜਿਹੜਾ ਕਵਰ ਕਿੰਨਾ ਆ ਤੇ ਓਪਨ ਕਿੰਨਾ ਆ, ਯਾਨੀ ਛੱਤਿਆ ਹੋਇਆ ਕਿੰਨਾ ਆ ਤੇ ਦੂਸਰਾ ਖੁੱਲਾ? 2 ਕਨਾਲਾਂ ਛੱਤਿਆ ਲਾ ਲਓ ਜੀ। ਠੀਕ ਹੈ। ਹਾਂਜੀ, ਤੇ 2 ਖਾਲੀ ਕੱਚਾ ਛੱਡਿਆ ਹੋਇਆ, ਜਿਹੜਾ ਮੱਝਾਂ ਦੇ ਗਾਵਾਂ ਦੇ ਕੱਚੀ ਜਗ੍ਹਾ ਤੇ ਬਹਿਣ ਵਾਸਤੇ। ਠੀਕ ਹੋ ਗਿਆ। ਤੇ ਇਹ ਟੂਅਲ ਵੀ ਇਹਦੇ ਵਿੱਚ ਹੀ ਹੈ ਨਾਲ? ਹਾਂਜੀ, ਇਸੇ ਦੇ ਵਿੱਚ ਹੀ ਟੂਅਲ ਹੈ, ਇਹਦੇ ਚ ਮਹੀਂ ਆ ਜਾਂਦੀਆਂ। ਸਹੀ ਹੈ। ਉਹ 2 ਟਾਈਮ ਗਰਮੀ ਆ ਸਹੂਲਤ ਹੋ ਜਾਂਦੀ ਵੀ ਪਾਣੀ ਪੂਣੀ ਛੱਡਣ ਬੰਨਣ ਨਾਲੋਂ। ਸਹੀ ਹੈ। ਪਹਿਲੇ ਤੁਹਾਡੇ ਕੋਲ ਕਿੰਨੀਆਂ ਗਾਵਾਂ ਸੀਗੀਆਂ? ਪਹਿਲਾਂ ਸਾਡੇ ਕੋਲ 3-4 ਗਾਈ ਸੀ ਜੀ, 7-8 ਮਹੀਂ ਸੀ। ਠੀਕ ਹੈ। ਲੇਕਿਨ ਸ਼ੌਕ ਸੀਗਾ, ਅੱਲਾਹ ਤਾਲਾ ਨੇ ਗੁੰਜਾਇਸ਼ ਦਿੱਤੀ ਤੇ ਕੰਮ ਵਧਾ ਲਿਆ। ਹੁਣ ਮਾਸ਼ਾਅੱਲਾ 17-18 ਗਾਈ ਆ। ਠੀਕ ਹੈ ਮਾਸ਼ਾਅੱਲਾ। 15-16 ਮਹੀਂ ਆ। ਠੀਕ ਹੋ ਗਿਆ ਜੀ ਮਾਸ਼ਾਅੱਲਾ। ਬਾਕੀ ਵਹਿੜਿਆਂ ਵੂੜੇ ਆ ਛੋਟੇ ਆ ਹਜੇ, ਆ ਕੁਰਬਾਨੀ ਤਾਂ ਨਹੀਂ, ਆਉਂਦੇ ਸਾਲ ਇਨਸ਼ਾਅੱਲਾ ਉਹ ਵੀ ਤਿਆਰ ਨਾਲ ਹੋਣਗੇ। ਸਹੀ ਹੈ। ਅੱਛਾ, ਆਪਣੇ ਕੋਲ ਹੁਣ ਟੋਟਲ ਮਾਲ ਇਸ ਫਾਰਮ ਤੇ ਕਿੰਨਾ ਹੈ? ਇਹ ਤਕਰੀਬਨ ਜੀ ਹੋਣੇ ਕੋਈ 60 ਤੋਂ 65 ਡੰਗਰ। 60 ਤੋਂ 65 ਜਾਨਵਰ ਹੋ ਗਏ ਜੀ ਮਾਸ਼ਾਅੱਲਾ। ਅੱਛਾ, ਸਾਨੂੰ ਤੁਸੀਂ ਇਹ ਦੱਸੋ ਕਿ ਆਪਣਾ ਜਿਹੜਾ ਸ਼ੈੱਡ ਹੈ ਨਜ਼ਰ ਆ ਰਿਹਾ ਬੈਕ ਸਾਈਡ ਤੇ, ਹਾਂਜੀ, ਇਹਦੇ ਤੇ ਤੁਸੀਂ ਜਿਹੜਾ ਨਾ ਇਹਦੀ ਲੰਬਾਈ ਚੌੜਾਈ ਕਿੰਨੀ ਹੈ ਇਹਦੀ ਦੱਸੋ ਜ਼ਰਾ? ਇਹਦੀ ਜੀ ਤਕਰੀਬਨ 40 ਫੁੱਟ ਜਗ੍ਹਾ ਇਹਦੀ ਖਾਲੀ ਛੱਡੀ ਹੋਈ, ਕੱਚਾ ਜਿਹਦੇ ਚ ਗਾਈ ਬਹਿਣ। ਠੀਕ ਹੈ। ਹਾਂਜੀ, ਤੇ ਤਕਰੀਬਨ 30 ਫੁੱਟ 40 ਫੁੱਟ ਹੀ ਦੂਈ ਆ ਜੀ, ਜਿਹੜੀ ਛਤੌਤ ਕੀਤੀ ਹੋਈ। ਠੀਕ ਹੋ ਗਿਆ। ਯਾਨੀ ਜਿਹੜਾ ਛੱਤਿਆ ਵਾ ਉਹ ਵੀ 40 ਫੁੱਟ 12 ਫੁੱਟ ਕਨੋਪੀ ਆ ਜੀ। ਠੀਕ ਹੈ। ਇਹਦੀ ਉਤਲੀ ਸਹੀ ਹੈ। ਤੇ 14 ਫੁੱਟ ਸਾਈਡਾਂ ਤੋਂ, 2 ਸਾਈਡਾਂ ਤੋਂ ਖੁਰਲੀ ਦੀ ਕਵਰਿੰਗ ਆ। ਠੀਕ ਹੋ ਗਿਆ। ਅੱਛਾ, ਇਹਦੀ ਲੰਬਾਈ ਕਿੰਨੀ ਹੈ? 60 ਫੁੱਟ ਜੀ। 60 ਫੁੱਟ ਤੇ ਉਚਾਈ ਫਾਰਮ ਦੀ ਉੱਪਰ ਨੂੰ? ਉਚਾਈ ਆ ਜੀ ਇਹਦੀ ਉਰਲੇ ਸ਼ੈੱਡ ਨੀਵੇਂ ਦੀ ਆ 12 ਫੁੱਟ। ਸਹੀ ਹੈ। ਤੇ ਕਨੋਪੀ ਦੀ ਆ 14 ਫੁੱਟ। 14 ਫੁੱਟ ਹੋ ਗਿਆ। ਹਾਂਜੀ। ਠੀਕ ਹੋ ਗਿਆ। ਅੱਛਾ, ਇਹ ਜਿਹੜਾ ਤੁਸੀਂ ਬਣਾਇਆ ਵਾ ਇਹ ਕਿੰਨੇ ਕੁ ਜਾਨਵਰਾਂ ਵਾਸਤੇ ਬਣਾਇਆ ਵਾ? ਇਹ ਜੀ ਤਕਰੀਬਨ 40 ਤੋਂ 45 ਗਾਈ। 40 ਤੋਂ 45 ਗਾਵਾਂ ਜਿਹੜਾ ਇੰਨੇ ਕੁ ਜਣਾ ਆ ਜਾਂਦੀਆਂ ਸਾਨੀ। ਉਰਲੀ ਸਾਈਡ ਤੇ ਪਿੱਲਰਾਂ ਦੇ ਵਿੱਚ ਖੁਰਲੀ ਹੋਰ ਆ ਜੂਗੀ ਜੀ। ਠੀਕ ਹੈ। ਹਾਂਜੀ, ਤੇ ਫਿਰ ਇੰਨੇ ਡੰਗਰ ਸੌਖੇ ਤੁਰੇ ਫਿਰਨਗੇ। ਸਹੀ ਹੋ ਗਿਆ। ਅੱਛਾ, ਤੁਸੀਂ ਇਹ ਦੱਸੋ ਕਿ ਆਪਣੇ ਕੋਲ ਜਿਹੜੇ ਇੱਥੇ ਜਾਨਵਰ ਹੈ ਗਾਵਾਂ ਆ, ਇਹ ਕਿਹੜੀ ਬਰੀਡ ਹੈ? ਇਹ ਜੀ ਤਕਰੀਬਨ ਕੋਈ ਸਾਹੀਵਾਲ ਫਰੀਜ਼ਨ ਆ। ਠੀਕ ਹੈ। ਹਾਂਜੀ, ਕੁਝ ਵਲੈਤੀ ਫਰੀਜ਼ਨ ਆ। ਸਹੀ ਹੈ। ਹਾਂਜੀ, ਇਦਾਂ ਯਾਨੀ ਕਿ ਤੁਹਾਡੇ ਕੋਲ ਲੋਕਲ ਦੇ ਵਿੱਚ ਜਿਹੜਾ ਫਰੀਜ਼ਨ ਕਰਾਸ ਆ। ਹਾਂਜੀ, ਇੱਕ ਤਾਂ ਗਰਮੀ ਨਹੀਂ ਜੀ ਕਰਦੀਆਂ। ਠੀਕ ਹੈ। ਹਾਂਜੀ, ਤੇ ਇੱਕ ਫਿਰ ਤਕਰੀਬਨ ਆਮ ਰੂਟੀਨ ਦਾ ਦੁੱਧ 18-20 ਲੀਟਰ ਦੇਈ ਜਾਂਦੀਆਂ। ਆਮ ਰੂਟੀਨ ਚ ਦੁੱਧ ਦੀ ਐਵਰੇਜ ਇਹਨਾਂ ਦੀ 18 ਤੋਂ 20 ਲੀਟਰ? 18 ਤੋਂ 20 ਲੀਟਰ। 18 ਤੋਂ 20 ਲੀਟਰ ਇੱਕ ਟਾਈਮ ਦਾ ਜਾਂ ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ ਜੀ। ਦੋਵਾਂ ਟਾਈਮਾਂ ਦਾ। ਹਾਂਜੀ। ਅੱਛਾ, ਇਹਦੇ ਨਾਲੋਂ ਜਿਹੜੀਆਂ ਦੂਸਰੀਆਂ ਕਰਾਸ ਹੈ, ਆਸਟ੍ਰੇਲੀਅਨ ਕਰਾਸ, ਉਹਨਾਂ ਦੀ ਦੁੱਧ ਦੀ ਐਵਰੇਜ ਜ਼ਿਆਦਾ ਨਹੀਂ? ਉਹਨਾਂ ਦੀ ਦੁੱਧ ਦੀ ਐਵਰੇਜ ਜ਼ਿਆਦਾ ਆ ਜੀ, ਲੇਕਿਨ ਅਸੀਂ ਹਜੇ ਲਈਆਂ ਨਹੀਂ, ਲਾਂਗੇ ਇਨਸ਼ਾਅੱਲਾ। ਇੱਕ ਵੈੜ ਲਈ ਆ 3,62,000 ਦੀ। ਅੱਛਾ ਅਰਸ਼ਦ ਭਾਈ, ਸਾਨੂੰ ਤੁਸੀਂ ਇਹ ਦੱਸੋ ਕਿ ਇਹ ਜਿਹੜੀਆਂ ਗਾਈਆਂ ਹੈ ਤੁਹਾਡੇ ਕੋਲ 18 ਤੋਂ 20 ਤੁਸੀਂ ਦੱਸਿਆ ਹੈਗੀਆਂ ਵਾ, ਇਹਨਾਂ ਦੇ ਵਾਸਤੇ ਤੁਸੀਂ ਸਬਜ਼ ਚਾਰਾ ਇਸਤੇਮਾਲ ਕਰਦੇ ਹੋ ਜਾਂ ਸੈਲੇਜ? ਅਸੀਂ ਇਹਨਾਂ ਦੇ ਵਾਸਤੇ ਜੀ ਤੂੜੀ, ਸੈਲੇਜ ਜਿਹੜੇ ਇਹਨਾਂ ਨੂੰ ਸੁਬਾਹ ਰਲਾ ਦਿੰਨੇ। ਠੀਕ ਹੈ। ਉਸ ਤੋਂ ਬਾਅਦ ਬਰਸੀਨ ਤੇ ਕਮਾਦ। ਠੀਕ ਹੋ ਗਿਆ। ਹਾਂਜੀ, 4 ਚੀਜ਼ਾਂ ਜੀ, ਬਾਕੀ ਉੱਤੇ ਵੰਡਾ। ਉੱਤੇ ਵੰਡਾ। ਵੰਡਾ 2 ਟਾਈਮ ਪਾਉਂਦੇ ਹੋ ਜਾਂ? 2 ਟਾਈਮ ਜੀ, 2 ਟਾਈਮ। ਵੰਡਾ ਇੱਕ ਜਾਨਵਰ ਨੂੰ ਕਿੰਨਾ ਪਾਉਂਦੇ ਹੋ? 3 ਕਿਲੋ ਜੀ। 3 ਕਿਲੋ, ਯਾਨੀ ਦੁੱਧ ਦੇ ਹਿਸਾਬ ਨਾਲ? ਹਾਂਜੀ।
ਯਾਨੀ ਜਿੰਨਾ ਜਾਨਵਰ ਦਾ ਦੁੱਧ ਹੈ ਉਸ ਹਾਂਜੀ ਉਸ ਹਿਸਾਬ ਨਾਲ ਹਿਸਾਬ ਨਾਲ ਉਹਨੂੰ ਪਾਉਣਾ ਹੈ। ਠੀਕ ਹੋ ਗਿਆ। ਅੱਛਾ ਸੈਲਜ ਜਿਹੜਾ ਤੁਸੀਂ ਬਣਾਉਂਦੇ ਹੋ ਤਾਂ ਕਿੰਨਾ ਕੁ ਬਣਾਉਂਦੇ ਇਹਨਾਂ ਜਾਨਵਰਾਂ ਲਈ? ਅਸੀਂ ਐਤਕੀ ਤਾਂ ਪਹਿਲਾ ਸਾਲ ਹੀ 7 ਏਕੜ ਦਾ ਬਣਾਇਆ ਸੀ, ਠੀਕ ਹੈ, ਲੇਕਿਨ ਉਹ ਸਾਡੇ ਕੱਢ ਗਿਆ ਵਾ 4 ਮਹੀਨੇ। ਸਹੀ ਹੈ। ਆਉਂਦੇ ਸਾਲ ਇਨਸ਼ਾਅੱਲਾ ਕੋਈ 12-14 ਕਿੱਲੇ 12-14 ਦਾ ਬਣਾਓਗੇ ਪੂਰੇ ਸਾਲ ਵਾਸਤੇ? ਹਾਂਜੀ ਸਹੀ ਹੈ। ਇਹ ਬਿਹਤਰ ਆ ਜੀ, ਇਹਦੇ 'ਚ ਬੰਦਿਆਂ ਦੀ ਟੈਨਸ਼ਨ ਨਹੀਂ, ਤੂੜੀ ਪਾਓ ਪੱਠਾ ਸਿੱਟੋ, ਸਹੀ ਹੈ। ਨਾ ਵੀ ਸਬਜ਼ ਚਾਰਾ ਪਾਓ ਤੇ ਮਾਸ਼ਾਅੱਲਾ ਇਹਦੇ ਨਾਲ ਦੁੱਧ ਬਹੁਤ ਦਿੰਦੀਆਂ। ਜਾਨਵਰ ਦੁੱਧ ਵੀ ਦਿੰਦੇ, ਸਹੂਲਤ ਵੀ ਜ਼ਿਆਦਾ ਹੈ, ਪਾਣੀ ਜ਼ਿਆਦਾ ਪੀਂਦੀਆਂ ਜਾਨਵਰ, ਉਹ ਹੀ ਦੁੱਧ ਦੇਊ ਜਿਹੜਾ ਪਾਣੀ ਜ਼ਿਆਦਾ ਪੀ। ਸਹੀ ਹੈ। ਅੱਛਾ ਇੱਥੇ ਆਪਣੇ ਗਾਵਾਂ ਦਾ ਜਿਹੜਾ ਨਾ ਮਸਲਨ ਕੋਈ ਇਲਾਜ ਵਗੈਰਾ ਉਹ ਦੇਸੀ ਕਰਦੇ ਹੋ ਜਾਂ ਡਾਕਟਰੀ ਇਲਾਜ? ਹਾਂਜੀ ਕੁਛ ਦੇਸੀ ਵੀ ਕਰ ਲਈਦਾ ਜੇ ਸਮਝ ਜਾਣ ਕੇ ਆਪਦੇ ਚ ਆ ਜਾਏ, ਨਹੀਂ ਤਾਂ ਫਿਰ ਫੌਰੀ ਡਾਕਟਰ ਵੀ ਸੱਦ ਲਈਦਾ। ਹੁਣ ਨਾ ਜੀ ਤੇਜ਼ ਦੌਰ ਆ ਜੀ ਜੀ। ਹਾਂਜੀ, ਇਹਨਾਂ ਨੂੰ ਅਟੈਕ ਟੂਕ ਦਾ ਵੀ ਮਸਲਾ ਹੁੰਦਾ ਇਸ ਤੋਂ ਫਿਰ ਫੌਰੀ ਡਾਕਟਰ ਸੱਦੀਦਾ। ਅਟੈਕ ਕਿਸ ਚੀਜ਼ ਦਾ ਹੁੰਦਾ ਜੀ? ਇਹਨਾਂ ਨੂੰ ਜੇ ਜਿੱਦਾਂ ਬਲੱਡ ਘਟ ਗਿਆ ਇਹਨਾਂ ਦਾ, ਸਹੀ ਹੈ, ਬਾਅਦ ਗਾਈ ਦਾ ਬਲੱਡ ਵੱਧ ਜਾਂਦਾ, ਸਹੀ ਹੈ, ਇਸ ਕਰਕੇ। ਅੱਛਾ ਇਹ ਬਲੱਡ ਘਟਣਾ ਬਲੱਡ ਵਧਣਾ ਇਹ ਜਿਹੜਾ ਕਿਸ ਚੀਜ਼ ਦੀ ਵਜ੍ਹਾ ਤੋਂ ਹੁੰਦਾ ਹੈ ਜਾਨਵਰ ਦਾ? ਇਹ ਕੋਈ ਖੁਰਾਕ ਦਾ ਵਾਧਾ ਘਾਟਾ ਹੋ ਗਿਆ, ਕੋਈ ਗਰਮੀ ਦਾ ਝਟਕਾ ਲੱਗ ਗਿਆ, ਅੱਛਾ ਕੋਈ ਵੰਡੇ ਦੇ ਵਿੱਚ ਕੋਈ ਯਾਨੀ ਕਿ ਟੁਕੜਾ ਉੱਲੀ ਵਾਲਾ ਆ ਗਿਆ, ਕੋਈ ਇਦਾਂ ਦਾ ਮਸਲਾ ਬਣ ਗਿਆ, ਮਿਹਦੇ ਦਾ ਕੋਈ ਮਸਲਾ ਬਣ ਗਿਆ, ਸਹੀ ਹੈ, ਉਹਦੀ ਵਜ੍ਹਾ ਨਾਲ। ਅੱਛਾ ਅਰਸ਼ਦ ਭਾਈ ਸਾਨੂੰ ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਜਿਹੜਾ ਨਾ ਤੁਹਾਡੇ ਕੋਲ ਜਿਹੜੇ ਛੋਟੇ ਜਾਨਵਰ ਹੈ ਯਾਨੀ ਜਿਹੜੇ ਗਾਵਾਂ ਦੇ ਬੱਚੇ ਵਗੈਰਾ ਹੈ, ਹਾਂਜੀ, ਉਹਨਾਂ ਨੂੰ ਤੁਸੀਂ ਕਿਵੇਂ ਸੰਭਾਲਦੇ ਹੋ? ਜਦੋਂ ਗਾਈ ਸੂੰਦੀ ਆ ਤੇ ਉਹਨਾਂ ਨੂੰ ਤੁਸੀਂ ਕਿੰਨਾ ਕੁ ਜੜਨਾ ਦੁੱਧ, 1 ਦਿਨ 2 ਦਿਨ? ਆਮ ਫਾਰਮ ਵਾਲੇ ਤਾਂ ਜਿਹੜਾ 1 ਦਿਨ ਕੋਈ 2 ਜ਼ਿਆਦਾ ਤੋਂ ਜ਼ਿਆਦਾ 3 ਦਿਨ ਦੁੱਧ ਪਿਲਾਉਂਦੇ ਆ, ਤੁਹਾਡੀ ਕੀ ਰੂਟੀਨ ਹੈ? ਤਾਂ ਤਕਰੀਬਨ ਜੀ ਗਾਂ ਵੱਛਾ ਦੇ ਦੇਵੇ, ਵੱਛੀ ਦੇ ਦੇਵੇ, ਸਹੀ ਹੈ, ਕਮ ਸੇ ਕਮ ਉਹਨਾਂ ਨੂੰ 3 ਮਹੀਨੇ ਗਾਂ ਦੇ ਥੱਲੇ ਰੱਖਣਾ, ਸਵੇਰ ਸ਼ਾਮ। ਹਾਂਜੀ, ਇੱਕ ਥਾਣ ਉਹਨਾਂ ਦਾ 3 ਮਹੀਨੇ ਉਹਨਾਂ ਦੇ ਨਾਂ ਕਰਨਾ, 3 ਮਹੀਨਿਆਂ ਤੋਂ ਬਾਅਦ ਫਿਰ ਉਹਨਾਂ ਨੂੰ ਵੰਡੇ ਤੇ ਲੱਗ ਜਾਣਾ, ਸਹੀ ਹੈ, ਹਾਂਜੀ, ਫਿਰ ਉਹਨਾਂ ਦਾ ਦੁੱਧ ਘੱਟ ਕਰ ਦੇਣਾ, ਇੰਨੇ ਨਾਲ ਜੀ ਪਸ਼ੂ ਦੀ ਪੁੱਠ ਵੱਜ ਜਾਂਦੀ। ਠੀਕ ਹੋ ਗਿਆ। ਅੱਛਾ ਭਾਈ ਅਰਸ਼ਦ ਸਾਨੂੰ ਤੁਸੀਂ ਇਹ ਦੱਸੋ ਕਿ ਫਾਰਮ ਦੇ ਉੱਤੇ ਜਿਹੜਾ ਨਾ ਮੱਝਾਂ ਬਿਹਤਰ ਆ ਜਾਂ ਗਾਵਾਂ ਬਿਹਤਰ ਆ? ਗਾਂ ਹੀ ਬਿਹਤਰ ਆ ਜੀ। ਕਿਉਂ ਬਿਹਤਰ? ਇਹਨਾਂ ਦਾ ਦੁੱਧ ਦੀ ਐਵਰੇਜ ਜ਼ਿਆਦਾ ਜੀ, ਇਹਨਾਂ ਦਾ ਵਛੜੂ ਬਹੁਤ ਜਲਦੀ ਤਿਆਰ ਹੁੰਦਾ। ਠੀਕ ਹੈ, ਹਾਂਜੀ, ਗਾਵਾਂ ਦੇ ਮੱਝਾਂ ਦੀ ਤਾਂ ਕੱਟੀ ਤਿਆਰ ਕਰਨ ਵਾਸਤੇ ਕਮ ਸੇ ਕਮ 4 ਸਾਲ। ਅੱਛਾ ਜੀ, ਹਾਂਜੀ, ਤੇ ਇਹ ਇਨਸ਼ਾਅੱਲਾ 2.5-3 ਸਾਲਾਂ ਚੌਰੀ ਨਾਲ ਯਾਨੀ ਕਿ ਜਿਹੜਾ 3 ਸਾਲਾਂ ਦੇ ਵਿੱਚ ਜਦੋਂ ਜਾਂਦੀ ਨਾ ਜੀ, ਉਹ ਕੋ 2-4 ਮਹੀਨਿਆਂ ਦੀ ਗੱਭਣ ਹੁੰਦੀ। ਸਹੀ ਹੈ, ਤੇ ਉਹ ਜਿਹੜਾ ਕੱਟੀ ਜਿਹੜੀ ਉਹ 4 ਸਾਲ ਲੱਗ ਜਾਂਦੀ ਜੀ, ਉਹਨੇ 3 ਸਾਲ ਤਾਂ ਪਹਿਲਾਂ ਖੜੋ ਕੇ ਖਾਣਾ ਨਾ, ਤੇ ਉਸ ਤੋਂ ਅੱਗੋਂ ਫਿਰ 1-2 ਗੇੜ ਵੀ ਕੱਢਣੇ। ਸਹੀ ਹੈ, ਸਹੀ ਹੋ ਗਿਆ। 4 ਪੂਰੇ ਕਰਕੇ 5ਵੇਂ 'ਚ ਜਾ ਕੇ ਹੀ ਸੋਣਾ। ਠੀਕ ਹੋ ਗਿਆ। ਅੱਛਾ ਭਾਈ ਅਰਸ਼ਦ ਤੁਸੀਂ ਜਿਹੜਾ ਨਾ ਸਾਡੇ ਜਿਹੜੇ ਦੋਸਤ ਹੈ ਵੀਡੀਓ ਦੇਖਦੇ ਆ, ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦਾ ਹੁੰਦਾ ਮੂਡ ਕਿ ਅਸੀਂ ਮਤਲਬ ਕਿ ਫਾਰਮ ਬਣਾਈਏ, ਨਵੇਂ ਦੋਸਤ ਜਿਹੜੇ ਹੈ ਉਹਨਾਂ ਨੂੰ ਤੁਸੀਂ ਕੀ ਜਿਹੜਾ ਮਸ਼ਵਰਾ ਦਿਓਗੇ ਕਿ ਉਹਨਾਂ ਨੂੰ ਕਿੰਨੇ ਕੁ ਜਾਨਵਰਾਂ ਤੋਂ, ਕਿੰਨੇ ਕੁ ਫਾਰਮ ਤੋਂ ਜਿਹੜਾ ਉਹਨਾਂ ਨੂੰ ਆਪਣਾ ਸ਼ੈੱਡ ਸ਼ੁਰੂ ਕਰਨਾ ਚਾਹੀਦਾ, ਫਾਰਮ ਸ਼ੁਰੂ ਕਰਨਾ ਚਾਹੀਦਾ? ਹਾਂਜੀ, ਅਗਰ ਸ਼ੌਕੀਨ ਹਜ਼ਰਾਤ ਹੈ ਤਾਂ ਜੀ ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਕੰਮ ਮਾੜਾ ਨਹੀਂਗਾ ਜਾਨਵਰਾਂ ਦਾ, ਲੇਕਿਨ ਥੋੜਿਆਂ ਤੋਂ ਸ਼ੁਰੂ ਕਰਨ, 5 ਤੋਂ 4 ਤੋਂ 6 ਤੋਂ, ਜਿਵੇਂ ਜਿਵੇਂ ਆਪਦਾ ਤਜਰਬਾ ਹੋਈ ਜਾਵੇ ਉਸ ਤਰੀਕੇ ਥੋੜਾ ਅੱਗੇ ਵਧਾਈ ਜਾਣ। ਜਿਹੜਾ ਯਕਦਮ 10-12 ਜਾਂ 15 ਲੈ ਲੈਣੀਆਂ ਜੀ ਅਣਜਾਣ ਬੰਦੇ ਵਾਸਤੇ, ਤਾਂ ਉਹਨਾਂ ਦਾ ਮਟੀਰੀਅਲ ਪੂਰਾ ਕਰਨਾ ਹੀ ਔਖਾ।